ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਡੇਰਾਵਾਦ ਨਾਲ ਜੁੜੀ ਕੋਈ ਵੋਟ ਪੰਜਾਬ ਦੀ ਸਿਆਸਤ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ ਤੇ ਇਸ ਵਾਰ 2022 ਦੇ ਵਿੱਚ ਇਹ ਜਿਤਨੇ ਪੰਜਾਬ ਦੇ ਡੇਰੇ ਨੇ ਇਹ ਕਿਹੜੇ ਪਾਸੇ ਭੁਗਤਣਗੇ? ਪਰ ਇੱਕ ਚੀਜ਼ ਪੱਕੀ ਹੈ ਕਿ ਉਹ ਧਰਤੀ ਜਿੱਥੇ ਐਡੀ ਵੱਡੀ ਦਾਤ ਗੁਰੂ ਗ੍ਰੰਥ ਸਾਹਿਬ ਦੀ ਹੈ, ਉਸ ਧਰਤੀ ਤੇ ਡੇਰੇ ਦੀ ਲੋੜ ਕੀ ਹੈ? ਮੈਂ ਦੇਖਦਾ ਜ਼ਿਆਦਾਤਰ ਜਿੰਨੇ ਡੇਰੇ ਹੈ ਮੈਕਸਿਮਮ ਕੰਟੈਂਟ ਗੁਰੂ ਗ੍ਰੰਥ ਸਾਹਿਬ ਦਾ ਯੂਜ਼ ਕਰਦੇ ਤੇ ਕੁਝ ਡੇਰੇ ਤਾਂ ਚੰਗੇ ਵੀ ਨੇ, ਸਮਾਜ ਸੇਵਾ ਵੀ ਕਰਦੇ ਹੈ, ਲੋਕਾਂ ਨੂੰ ਲਾਹਣਤਾਂ ਤੋਂ ਵੀ ਛੁਡਾਉਂਦੇ ਹੈ ਜੀ। ਪੋਲੀਟੀਸ਼ੀਅਨ ਨੂੰ ਤੁਸੀਂ ਇਨਸੂਲੇਟ ਕਿਵੇਂ ਕਰੋਗੇ ਡੇਰੇ ਤੋਂ? ਦੋਨੇ ਪਾਸੇ ਹਰ ਪੋਲੀਟੀਕਲ ਪਾਰਟੀ 'ਚ ਲੋਕ ਹਨ ਜਿਹੜੇ ਕਿਸੇ ਨਾ ਕਿਸੇ ਡੇਰੇ 'ਚ ਆਸਥਾ ਤੇ ਵਿਸ਼ਵਾਸ ਰੱਖਦੇ ਆਉਂਦੇ ਜਾਂਦੇ ਆ। ਜਿਹੜੀਆਂ ਸਿਚੁਏਸ਼ਨਸ ਪੈਦਾ ਹੋਈਆਂ 10 ਸਾਲ ਦੀ ਐਂਟੀ ਇਨਕੰਬੈਂਸੀ ਹੋਈ ਹੈ, ਬੇਅਦਬੀ ਦੇ ਇਸ਼ੂ ਨੂੰ ਵੀ ਲੈ ਕੇ ਦੋਨੇ ਪੋਲੀਟੀਕਲ ਪਾਰਟੀਆਂ ਆਮ ਆਦਮੀ ਤੇ ਕਾਂਗਰਸ ਨੇ ਇਸ ਨੂੰ ਬਹੁਤ ਵੱਡਾ ਮੁੱਦਾ ਬਣਾਇਆ। ਅੱਜ ਦੇ ਦਿਨ ਦੇ ਵਿੱਚ ਅਕਾਲੀ ਸਰਕਾਰ ਨਾਲੋਂ ਨਸ਼ਾ ਕਈ ਗੁਣਾ ਵੱਧ ਗਿਆ। ਜੇ 50 ਕਿਲੋ ਬਾਹਰੋਂ ਭੇਜਦੇ ਆ ਹੈਰੋਇਨ, ਉਹ ਇੱਕ ਬਹੁਤ ਵੱਡੀ ਮਿਲੀ ਭੁਗਤ ਦੇ ਨਾਲ ਆਉਂਦਾ ਹੈ। ਬਾਰਡਰ ਨੂੰ ਡਿਲੂਟ ਕਰਕੇ ਆਉਂਦਾ ਹੈ, ਬਾਰਡਰ ਪੈਨੀਟ੍ਰੇਟ ਕਰਦੇ ਆ, ਜਿਹੜੇ ਬਾਰਡਰ ਸਾਂਭਣ ਵਾਲੇ ਆ ਉਹ ਵਿੱਚ ਰਲਦੇ ਆ ਕਿ ਜੇ ਮੈਂ 50 ਕਿਲੋ ਭੇਜਦਾ ਤਾਂ ਮੈਂ 5 ਕਿਲੋ ਤੁਹਾਨੂੰ ਫੜਾ ਵੀ ਦਊਂਗਾ, ਤੁਸੀਂ ਅਵਾਰਡ ਵੀ ਲੈ ਲਓ। ਤੇ ਜਿਹੜੇ 150 ਸ਼ਰਾਬ ਹੂਚ ਪੀ ਕੇ ਮਰ ਗਏ ਉਹ ਬੰਦੇ ਨਹੀਂ ਸੀ। ਪੂਰੇ ਪੰਜਾਬ 'ਚ ਪੈਂਡੈਮਿਕ ਦੇ ਵਿੱਚ ਤੁਸੀਂ ਜੇ ਡੇਟੇ ਕਢਾ ਲਓ 4-5 ਹਜ਼ਾਰ ਬੰਦਾ ਵੈਦ ਸ਼ਰਾਬ ਪੀ ਕੇ ਮਰਿਆ। ਤੁਸੀਂ ਉਜਾਗਰ ਕਰੋ ਕਿ ਜਿਹੜੀ ਤੁਸੀਂ ਪਹਿਲ ਦੇ ਵਿੱਚ ਫੜੀ ਹੈ ਕੌਣ ਹੈ ਸ਼ਰਾਬ ਵੇਚਣ ਵਾਲੇ? ਇਹਨਾਂ ਦੇ MLAs ਇਨਵੋਲਡ ਹੈ ਵਿੱਚ। ਇਹ ਜਦ ਸਟੇਟ ਸਪਾਂਸਰਡ ਲੂਟ ਹੁੰਦੀ ਹੈ, ਉਹ ਇਲਜ਼ਾਮ ਅਕਾਲੀ ਦਲ ਤੇ ਕਦੇ ਨਹੀਂ ਸੀ। ਅੱਜ ਦੀ ਜਿਹੜੀ ਬੀਜੇਪੀ ਹੈ, ਇਹ ਬੀਜੇਪੀ ਨੇ ਆਪਣੇ ਰੇਲਸ ਬਦਲ ਲਈ ਹੈ, ਆਪਣੇ ਟਾਰਗੇਟਸ ਬਦਲ ਲਏ ਹੈ। ਇਹ ਉਹ ਲਿਬਰਲ ਨਹੀਂ ਹੈ ਜਿਵੇਂ ਅਟਲ ਜੀ ਸੀ। ਅੱਜ ਤੱਕ ਕਾਂਗਰਸ ਨੇ ਸ਼ਡਿਊਲ ਕਾਸਟ ਵੋਟ ਐਕਸਪਲੋਇਟ ਕਰਕੇ ਲਈ, ਅੱਜ ਤੱਕ ਇਹਨਾਂ ਦਾ ਸੁਧਾਰ ਕੀਤਾ? ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਗਲੇ ਪ੍ਰੋਗਰਾਮ ਦਾ ਹਿੱਸਾ ਵੀ ਐਡਵੋਕੇਟ ਹਰੀਸ਼ ਰਾਏ ਢਾਂਡਾ ਹੋਣਗੇ। ਕਰਾਂਗੇ ਪੰਜਾਬ ਦੇ ਹਾਲਾਤਾਂ ਦੀ ਗੱਲ, ਕਿਉਂਕਿ ਪੜ੍ਹੇ ਲਿਖੇ ਨੇ, ਐਡਵੋਕੇਟ ਨੇ, ਪੰਜਾਬ ਦੇ ਜੰਪਲ ਨੇ, ਪੰਜਾਬ ਨੂੰ ਬੜੀ ਨੇੜਿਓਂ ਵੇਖਿਆ, ਪੰਜਾਬ ਦੇ ਮੁੱਦਿਆਂ ਤੇ ਪਕੜ ਅੱਛੀ ਹੈ। ਤੇ ਕਈ ਵਾਰੀ ਗੱਲ ਕਰਦੇ ਕਰਦੇ ਕਾਫੀ ਸਾਡੀ ਲੰਬੀ ਗੱਲ ਹੋ ਜਾਂਦੀ ਹੈ। ਮੈਂ ਚਾਹੁੰਦਾ ਸੀ ਕਿ ਅੱਜ 2022 ਦੀ ਜਦੋਂ ਗੱਲ ਕਰਦੇ ਆ, ਇਹ ਦੇਖਣਾ ਕਿ ਡੇਰਾਵਾਦ, ਕਿਉਂਕਿ ਪੰਜਾਬ ਦੇ ਵਿੱਚ ਉਹਨੇ ਪਿੰਡ ਨਹੀਂ ਜਿੰਨੇ ਡੇਰੇ, ਜੇ ਖਿਆਲ ਰੱਖ ਲਿਆ ਜੇ ਹੁਣ ਉਹ ਡੇਰੇ ਕਿਹਦੇ ਨੇ ਕਿਹਦੇ ਨਹੀਂ, ਇਹ ਖੋਜ ਥੋੜੀ ਆਪ ਕਰ ਲੈਣਾ। ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਉਹਨੇ ਪਿੰਡ ਨਹੀਂ ਜਿੰਨੇ ਪੰਜਾਬ ਦੇ ਵਿੱਚ ਡੇਰੇ ਨੇ, ਤੇ ਡੇਰਿਆਂ ਨਾਲ ਕਾਫੀ ਹੱਦ ਤੱਕ ਵੋਟ ਜੁੜੀ ਹੋਈ ਹੈ। ਕਿਤੇ ਨਾ ਕਿਤੇ ਉਹ ਵੀ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੀ ਹੈ। ਤੇ ਅਕਸਰ ਹੀ ਸਿਆਸੀ ਲੋਕ ਡੇਰੇਦਾਰਾਂ ਦੇ ਪੈਰਾਂ ਦੇ ਵਿੱਚ ਤੁਸੀਂ ਆਮ ਹੀ ਪੈਂਦੇ ਵੇਖੇ ਹੋਣਗੇ। ਆਓ ਅੱਜ ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰੀਏ। ਮੇਰੇ ਨਾਲ ਨੇ ਐਡਵੋਕੇਟ ਹਰੀਸ਼ ਰਾਏ ਢਾਂਡਾ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਵੀਰ ਜੀ। ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਸਰ। ਜਦੋਂ ਅਸੀਂ ਪਿਛਲੀ ਵਾਰੀ ਗੱਲ ਕੀਤੀ ਹੈ ਤੇ ਬੇਅਦਬੀਆਂ ਦੇ ਮੁੱਦੇ ਤੇ ਕਾਫੀ ਆਪਣੀ ਖੁੱਲ੍ਹ ਕੇ ਗੱਲ ਹੋਈ ਹੈ, ਲੰਬੀ ਗੱਲ ਹੋਈ ਹੈ। ਜਦੋਂ ਅਸੀਂ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ 2022 ਦੀ, ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਡੇਰਾਵਾਦ ਨਾਲ ਜੁੜੀ ਕੋਈ ਵੋਟ ਪੰਜਾਬ ਦੀ ਸਿਆਸਤ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ? ਤੇ ਇਸ ਵਾਰ 2022 ਦੇ ਵਿੱਚ ਇਹ ਜਿਤਨੇ ਪੰਜਾਬ ਦੇ ਡੇਰੇ ਨੇ ਇਹ ਕਿਹੜੇ ਪਾਸੇ ਭੁਗਤਣਗੇ? ਇਹ ਕਹਿਣਾ ਕਿ ਕਿਹੜੇ ਪਾਸੇ ਭੁਗਤਣਗੇ ਇਹ ਬਹੁਤ ਔਖਾ ਸਵਾਲ ਹੈ, ਇਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਪਰ ਇੱਕ ਚੀਜ਼ ਪੱਕੀ ਹੈ ਕਿ ਉਹ ਧਰਤੀ ਜਿੱਥੇ ਐਡੀ ਵੱਡੀ ਦਾਤ ਗੁਰੂ ਗ੍ਰੰਥ ਸਾਹਿਬ ਦੀ ਹੈ, ਉਸ ਧਰਤੀ ਤੇ ਡੇਰੇ ਦੀ ਲੋੜ ਕੀ ਹੈ? ਮੈਂ ਦੇਖਦਾ ਜ਼ਿਆਦਾਤਰ ਜਿੰਨੇ ਡੇਰੇ ਹੈ ਮੈਕਸਿਮਮ ਕੰਟੈਂਟ ਗੁਰੂ ਗ੍ਰੰਥ ਸਾਹਿਬ ਦਾ ਯੂਜ਼ ਕਰਦੇ ਆ। ਕੁਝ ਗੀਤਾ ਵੀ ਲੈ ਆਉਂਦੇ ਆ, ਕੁਝ ਰਮਾਇਣ ਵੀ ਲੈ ਆਉਂਦੇ ਆ, ਪਰ ਮੈਕਸਿਮਮ ਹੈ। ਤੇ ਇੱਕ ਸਟੱਡੀ ਹੈ, ਉਹ ਸਟੱਡੀ ਇਹ ਦੱਸਦੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਹੋਈ ਹੈ, ਸਾਇੰਟਿਸਟ ਦੀ, ਸੋਸ਼ਲ ਸਾਇੰਸ ਦੀ, 12,500 ਡੇਰੇ ਪੰਜਾਬ 'ਚ। ਮਾਲਵੇ ਦੇ ਵਿੱਚ ਜਿਹੜੇ ਕਈ ਪਿੰਡ ਹੈ ਜਿਹੜੇ ਕੱਟੜ ਕਮਿਊਨਿਸਟ ਪਿੰਡ ਕਹੇ ਜਾਂਦੇ ਆ, ਜਿਹਦੇ ਤੇ ਲੋਕ
ਅਗਾਂਹਵਧੂ ਸੋਚਦੇ ਆ, ਰੈਸ਼ਨਲ ਮਾਈਂਡ ਦੇ ਬੰਦੇ ਆ, ਉਹੋ ਜਿਹੇ ਪਿੰਡਾਂ 'ਚ ਵੀ 3-3 4-4 ਡੇਰੇ ਆ, ਤੇ ਪਿੰਡ ਵਾਲਾ ਕੋਈ ਡੇਰੇ ਨਹੀਂ ਜਾਂਦਾ ਤੇ ਨਾਲ ਦੇ ਪਿੰਡਾਂ ਵਾਲੇ ਉੱਥੇ ਆਉਂਦੇ ਆ। ਐਸਾ ਹੈ। ਇਹ ਕਦੇ ਕਦੇ ਤਾਂ ਮੇਰੇ ਦਿਮਾਗ ਤੇ ਭਰਮ ਵੀ ਪੈਣ ਲੱਗ ਜਾਂਦਾ ਹੈ ਕਿ ਇੰਨੇ ਡੇਰਿਆਂ ਨੂੰ ਤਰਜੀਹ ਕਿਉਂ ਦਿੱਤੀ ਜਾਂਦੀ ਹੈ। ਕਿਤੇ ਇਹ ਸਿੱਖ ਧਰਮ ਨੂੰ ਢਾਹ ਲਾਉਣ ਲਈ ਤਾਂ ਨਹੀਂ ਦਿੱਤੀ ਜਾਂਦੀ। ਇਹ ਮੇਰੇ ਅੰਦਰ ਸਵਾਲ ਰਹਿੰਦਾ ਹੈ ਤੇ ਮੇਰੇ ਅੰਦਰ ਬਿਲੀਫ ਵੀ ਹੁੰਦਾ ਹੈ ਕਿ ਹੈ, ਪਰ ਮੇਰੇ ਕੋਲ ਠੋਸ ਸਬੂਤ ਨਹੀਂ ਹੈ ਜਿਹਦੇ ਨਾਲ ਮੈਂ ਕਹਾਂ ਕਿ ਆਹ 2 ਦੂਣੀ 4 ਹੋ ਗਿਆ। ਇੱਕ ਜਦ ਦੇਖਦੇ ਹਾਂ ਅਸੀਂ ਕਿਤੇ ਨਾ ਕਿਤੇ, ਕਦੇ ਇੱਕ ਡੇਰਾ ਕਦੇ ਦੂਜਾ ਡੇਰਾ, ਚਲੋ ਕੁਛ ਡੇਰੇ ਤਾਂ ਚੰਗੇ ਵੀ ਹੈ, ਸਮਾਜ ਸੇਵਾ ਵੀ ਕਰਦੇ ਹੈ, ਲੋਕਾਂ ਨੂੰ ਲਾਹਣਤਾਂ ਤੋਂ ਵੀ ਛੁਡਾਉਂਦੇ ਹੈ ਜੀ, ਕਦੇ ਇੰਟਰਫੀਅਰ ਵੀ ਨਹੀਂ ਕਰਦੇ ਡਾਇਰੈਕਟਲੀ ਰਿਲੀਜੀਅਸ ਅਫੇਅਰਸ ਦੇ ਵਿੱਚ। ਉਸ ਪਰ ਕਈ ਤਾਂ ਐਕਸਪਲੋਇਟੇਸ਼ਨ ਕਰਦੇ ਆ ਜੀ। ਛੋਟੇ ਛੋਟੇ ਡੇਰੇ ਆ, ਉਸ ਇਲਾਕੇ ਦੇ ਲੋਕ ਉਹਨਾਂ ਨੂੰ ਡੈਮੀ ਗੋਡਸ ਮੰਨਦੇ ਆ, ਰੱਬ ਮੰਨਦੇ ਆ, ਤੇ ਜਿਸ ਤਰ੍ਹਾਂ ਉਹਨਾਂ ਨੂੰ ਜਾ ਕੇ ਲੋਕ ਪੈਰ ਉਹਨਾਂ ਦੇ ਘੁੱਟਦੇ ਆ। ਪਰ ਕੁਝ ਐਸੇ ਵੀ ਪੰਜਾਬ ਦੇ ਡੇਰੇ ਨੇ, ਉਹ ਸਿਰਫ ਇੱਕ ਜਿਵੇਂ ਕਿਤੇ ਲੀਡਰ ਇੱਕ ਫਾਰਮ ਭਰਦਾ ਹੈ ਨਾ, ਜਿਵੇਂ ਆਪਾਂ ਤੁਸੀਂ ਇਲੈਕਸ਼ਨ ਲੜਨੀ ਹੈ ਤੇ ਫਾਰਮ ਭਰ, ਉਹ ਫਾਰਮ ਹੀ ਨਹੀਂ ਭਰਦੇ, ਲੀਡਰ ਹੀ ਪੂਰੀ ਕਰਦੇ ਆ। ਉਹ ਐਮਐਲਏ ਨਾਲ ਬੜੀ ਵਧੀਆ ਗੰਢ ਸੱਟ ਹੁੰਦੀ ਹੈ ਵੀ ਅਸੀਂ ਤੇਰੇ ਹੱਕ ਦੇ ਵਿੱਚ ਵੋਟਾਂ ਭੁਗਤਾਵਾਂਗੇ, ਪਰ ਅਸੀਂ ਤੇਰੀ ਪਾਵਰ ਦੀ ਵਰਤੋਂ ਵੀ ਕਰਾਂਗੇ। ਇਹੋ ਜਿਹੇ ਪੰਜਾਬ ਦੇ ਵਿੱਚ ਡੇਰੇ ਵੀ ਨੇ। ਵਰਤੋਂ ਨਹੀਂ ਕਰਦੇ, ਇਹੋ ਜਿਹਾ ਕੋਈ ਸੌਦਾ ਨਹੀਂ ਹੁੰਦਾ। ਪਰ ਦੇਖੋ ਤੁਸੀਂ, ਇੱਕ ਪੋਲੀਟੀਸ਼ੀਅਨ ਹੈ, ਉਹਨੂੰ ਪਤਾ ਹੈ ਕਿ ਮੇਰੇ ਏਰੀਏ 'ਚ ਇਸ ਡੇਰੇ ਦੀ ਵੋਟ ਹੈ, ਮੇਰੇ ਹਲਕੇ 'ਚ ਡੇਰਾ ਹੈ, ਤੇ ਉਹ ਮੈਨੂੰ ਮੂਹਰੇ ਬਿਠਾ ਦਿੰਦਾ, ਤੇ ਜੇ ਮੂਹਰੇ ਬਿਠਾਉਂਦਾ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਬਾਬਾ ਜੀ ਇਹਦੇ ਨਾਲ ਹੈ, ਤੇ ਵੋਟਾਂ ਭੁਗਤ ਜਾਂਦੀਆਂ। ਤੇ ਜਦ ਉਹ ਜਿੱਤੂਗਾ, ਜੇ ਡੇਰੇ ਵਾਲਾ ਕਹੂਗਾ ਕਿ ਮੇਰਾ ਇੱਕ ਕੰਮ ਕਰਾ ਦੇ ਭਾਈ, ਮੇਰੀ ਸੜਕ ਬਣਵਾਉਣ ਵਾਲੀ ਹੈ, ਜਾਂ ਮੈਂ ਆਪਣੇ ਡੇਰੇ ਲਈ ਮੈਨੂੰ ਸੇਵਾ ਚਾਹੀਦੀ ਹੈ, ਜਾਂ ਕੁਝ ਚਾਹੀਦਾ, ਕਿਉਂ ਨਹੀਂ ਕਰੂਗਾ? ਇਹ ਤਾਂ ਪ੍ਰੋਕਵਾਨ ਤਾਂ ਹੋਣਾ ਹੀ ਹੋਣਾ ਨਾ ਜੀ, ਆਦਾਨ ਪ੍ਰਦਾਨ ਤੇ ਹੋ ਗਿਆ, ਹੋਣਾ ਹੀ ਹੋਣਾ। ਇਹ ਤੁਸੀਂ ਦੇਖੋ, ਗੱਲਾਂ ਤਾਂ ਕਰਦੇ ਆ, ਕੈਪਟਨ ਅਮਰਿੰਦਰ ਜਦ ਪਹਿਲੀ ਸਰਕਾਰ ਜਿੱਤੀ ਹੈ, ਕਿਹਨੇ ਜਿਤਾਈ ਹੈ? ਮੈਂ ਜਦ ਫਸਟ ਟਾਈਮ ਜਿੱਤ ਕੇ ਬਣਿਆ, ਉਸ ਅਸੈਂਬਲੀ 'ਚ ਉਦੋਂ ਪਹਿਲਾਂ ਕੈਪਟਨ ਸਾਹਿਬ ਦੀ ਸੀ ਡਿਬੇਟ ਹੋਈ ਕਿ ਉਸ ਸਮੇਂ ਇੱਕ ਏਰੀਆ ਹੀ ਸਾਡਾ ਸਾਫ਼ ਕਰਤਾ ਸੀ, ਪੂਰੇ ਡੇਰੇ ਨੇ ਕਾਂਗਰਸ ਨੂੰ ਵੋਟਾਂ ਪਾ ਕੇ। ਹਾਂ, ਐਂਡ ਕਿਤੇ ਨਾ ਕਿਤੇ ਜਦ ਇਹ ਵਿਵਾਦ ਚੱਲਿਆ ਡੇਰੇ ਦਾ, ਤੇ ਉਹਦੀ ਵਜ੍ਹਾ ਵੀ ਇਹੀ ਹੋਈ। ਜਦ ਵਿਵਾਦ ਚੱਲਿਆ ਡੇਰੇ ਦਾ ਤੇ ਸਿੱਖ ਬਲੀਵਰਸ ਦਾ, ਉਹ ਹੋਇਆ ਵੀ ਇੱਥੋਂ ਹੀ। ਇਹਨਾਂ ਦੇ ਤਾਂ ਹੁਣ ਆਹ ਜਿਹੜਾ ਡੇਰਾ ਸੀ ਇਹਨਾਂ ਦਾ, ਰਾਮ ਰਹੀਮ ਜੀ ਦਾ, ਉਸ ਡੇਰੇ 'ਚ ਤਾਂ ਪੋਲੀਟੀਕਲ ਵਿੰਗ ਵੀ ਬਣਾਇਆ ਹੋਇਆ ਸੀ ਉਹਨਾਂ ਦਾ, ਪੋਲੀਟੀਕਲ ਵਿੰਗ ਵੀ ਸੀਗਾ। ਉਹ ਕਹਿੰਦੇ ਸੀ ਸਾਡਾ ਕੋਈ ਵੀ ਜਿਹੜਾ ਫੈਸਲਾ ਆ, ਸਾਡਾ ਰਾਜਨੀਤਿਕ ਵਿੰਗ ਕਰੇਗਾ। ਹੁਣ ਦੇਖੋ, ਇਹ ਪੋਲੀਟੀਸ਼ੀਅਨ ਨੂੰ ਤੁਸੀਂ ਇਨਸੂਲੇਟ ਕਿਵੇਂ ਕਰੋਗੇ ਡੇਰੇ ਤੋਂ? ਇੱਕ ਵਿਧਾਨ ਬਣਾ ਦੇਣਾ, ਉਹਦੇ 'ਚ ਕਹਿ ਦੇਣਾ ਕਿ ਰਿਲੀਜੀਅਸ ਫੀਲਿੰਗਸ ਤੁਸੀਂ ਉਭਾਰ ਕੇ ਵੋਟਾਂ ਨਹੀਂ ਲਓਗੇ, ਪਰ ਪ੍ਰੈਕਟਿਸ 'ਚ ਨਹੀਂ ਹੁੰਦਾ। ਪ੍ਰੈਕਟਿਸ ਪੈਂਦੀ ਹੈ। ਮੈਨੂੰ ਇੱਕ ਗੱਲ ਦੱਸੋ, ਜੇ ਇੰਨੀ ਜ਼ਿਆਦਾ ਸਰਲ ਚੀਜ਼ ਹੋਵੇ ਤਾਂ ਮਲੇਰਕੋਟਲੇ ਦੇ ਵਿੱਚ ਕਿਉਂ ਹਮੇਸ਼ਾ ਮੁਸਲਿਮ ਕੈਂਡੀਡੇਟ ਸੀ ਪਾਰਟੀਆਂ ਉਤਾਰਨ ਇਨਵੇਰੀਏਬਲੀ? ਇਹ ਸਾਡੀ ਜਿਹੜੀ ਮਾਈਂਡ ਹੈ, ਉਸ ਮਾਈਂਡ ਦੇ ਵਿੱਚ ਗੱਲਾਂ ਨਿਕਲੀਆਂ ਨਹੀਂ ਹੋਈਆਂ। ਜਿੰਨੀ ਮਰਜ਼ੀ ਸੈਕੂਲਰ ਕਹਿ ਲੈਣ ਪੋਲੀਟੀਕਲ ਪਾਰਟੀਜ਼ ਆਪਣੇ ਆਪ ਨੂੰ, ਉਹ ਜਦ ਕਿਤੇ ਵੋਟ ਬੈਂਕ ਹੁੰਦਾ, ਉਦੋਂ ਵੋਟ ਬੈਂਕ ਇਸੇ ਤੇ ਹੀ ਆ ਜਾਂਦਾ। ਤੇ ਲੜਾਈਆਂ ਵੀ ਹੁੰਦੀਆਂ ਲੋਕਾਂ ਦੀਆਂ, ਪਰ ਹੁਣ ਇਸ ਵੇਲੇ 2022 ਦੇ ਵਿੱਚ ਹਾਂਜੀ, ਜਿਸ ਪਾਰਟੀ ਨਾਲ ਤੁਸੀਂ ਜੁੜੇ ਹੋਏ ਹੋ, ਅਕਾਲੀ ਦਲ ਦੇ ਨਾਲ ਗਠਜੋੜ ਹੋ ਗਿਆ ਆ, ਬਸਪਾ ਦੇ ਨਾਲ, ਬੀਐਸਪੀ ਦੇ ਨਾਲ, ਜਿਸ ਪਾਰਟੀ ਨਾਲ ਜੁੜੇ ਹੋਏ ਹੋ, ਇਸ ਵੇਲੇ ਤੁਹਾਨੂੰ ਕੀ ਵੱਡੀ ਆਸ ਕੀ ਹੈ ਵੀ ਆਹ ਜਿਹੜਾ ਆ ਚੀਜ਼ ਸਾਡੇ ਖੇਮੇ ਵਿੱਚ ਭੁਗਤੇਗੀ? ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਮੈਨੂੰ ਇਸ ਤਰੀਕੇ ਨਾਲ ਮੈਨੂੰ ਲੱਗ ਰਿਹਾ ਆ, ਕਿਉਂਕਿ ਐਜ਼ ਏ ਰਿਪੋਰਟਰ ਥੋੜਾ ਨਜ਼ਰ ਤੇ ਰੱਖਦਾ ਹੀ ਆ ਚਾਰ ਚੁਫੇਰੇ, ਵੀ ਡੇਰਿਆਂ ਨੂੰ ਭਰਮਾਉਣ ਦੇ ਵਿੱਚ ਬੀਜੇਪੀ ਕਾਮਯਾਬ ਹੋ ਰਹੀ ਹੈ। ਵੀ ਡੇਰੇ ਦੀ ਜਿਹੜੀ ਵੋਟ ਹੈ ਉਹਦੇ ਵਿੱਚ ਆਪਣੇ ਬੰਦੇ ਭੇਜਣੇ, ਪੁਰਾਣੇ ਬੰਦੇ ਤੋੜਨੇ, ਜਾਂ ਕੁਝ ਕਿਸੇ ਵੀ ਪ੍ਰਕਾਰ ਜਿਹੜਾ ਆ ਉਹ ਚਾਹ ਰਹੇ ਨੇ ਵੀ ਹੁਣ ਸਾਡੇ ਕੋਲੇ ਪੰਜਾਬ ਦੇ ਵਿੱਚ ਗੱਠਜੋੜ ਦੇ ਕਿਤੇ ਹੋਣਾ ਨਹੀਂ। ਦਲਿਤ ਪਤਾ ਖੇਡਿਆ ਸੀ, ਉਹ ਵੀ ਕਿਸੇ ਨਾ ਕਿਸੇ ਤਰੀਕੇ ਪ੍ਰੋਪਰ ਦੀ ਚੱਲਿਆ ਨਹੀਂ। ਇਸ ਕਰਕੇ ਹੁਣ ਡੇਰਾਵਾਦੀ ਜਿਹੜੀ ਵੋਟ ਹੈ, ਇਹ ਅਸੀਂ ਕਿਤੇ ਆਪਣੇ ਖੇਵੇਂ ਵਿੱਚ ਭੁਗਤਾ ਲਈਏ। ਤੁਹਾਨੂੰ ਲੱਗਦਾ ਵੀ ਅਕਾਲੀ ਦਲ ਨਾਲ ਕਿਤੇ ਨਾ ਕਿਤੇ ਡੇਰਾਵਾਦੀ ਵੋਟ ਵੀ ਜੁੜੀ ਹੋਈ ਸੀ? ਦੇਖੋ, ਨਹੀਂ, ਅਕਾਲੀ ਦਲ ਨਾਲ ਕਿਸੇ, ਦੇਖੋ ਇੰਡੀਵਿਜੂਅਲ ਕੈਂਡੀਡੇਟਸ ਨਾਲ ਕਈਆਂ ਨਾਲ ਹੋ ਜਾਂਦੇ ਆ। ਇਹ ਮੇਰੇ ਨੌਲੇਜ 'ਚ ਆਇਆ ਹੈ ਕਿ ਕਿਤੇ ਇੱਕ ਕੈਂਡੀਡੇਟ ਹੈ, ਉਹ ਮੰਨ ਲਓ ਇੱਕ ਪਰਟੀਕੂਲਰ ਡੇਰੇ ਦਾ ਵਿਸ਼ਵਾਸ ਰੱਖਦਾ, ਉੱਥੇ ਰੈਗੂਲਰ ਜਾਂਦਾ, ਉਹਨਾਂ ਦੀ ਉੱਦਾਂ ਹੀ ਨੈਚੁਰਲੀ ਵੋਟ ਭੁਗਤ ਜਾਂਦੀ ਹੈ। ਇਸ ਕਿਸਮ ਦੇ ਤਾਂ ਹੁਣ ਵੀ ਹੈਗੇ, ਦੋਨੇ ਪਾਸੇ ਹਰ ਪੋਲੀਟੀਕਲ ਪਾਰਟੀ 'ਚ ਲੋਕ ਹਨ ਜਿਹੜੇ ਕਿਸੇ ਨਾ ਕਿਸੇ ਡੇਰੇ 'ਚ ਆਸਥਾ ਤੇ ਵਿਸ਼ਵਾਸ ਰੱਖਦੇ ਆਉਂਦੇ ਜਾਂਦੇ ਆ।
ਪਰ ਸਮੂਹਿਕ ਤੌਰ ਤੇ ਇਹ ਇਕੱਲੇ ਦਾ ਇਕੱਲਾ ਇੱਕ ਡੇਰਾ ਜਿਹੜਾ ਸੱਚੇ ਸੌਦੇ ਵਾਲੇ ਨੂੰ ਛੱਡ ਦਿਓ, ਕਿਸੇ ਨੇ ਅੱਜ ਤੱਕ ਇਸ ਕਿਸਮ ਦੀ ਪੋਲਿਟਿਕਸ ਕੀਤੀ ਨਹੀਂ। ਓਕੇ, ਸਮੂਹਿਕ ਤੌਰ ਤੇ ਇਹ ਤਾਂ ਹੈ ਕਿ ਕਿਤੇ ਉਹ ਕੈਂਡੀਡੇਟ ਉਹਨਾਂ ਦੇ ਨਜ਼ਰ 'ਚ ਉਹਨਾਂ ਦਾ ਵਾਕਫ ਹੈ, ਉਹਨਾਂ ਨਾਲ ਤਾਰਾਂ ਰਲਦੀਆਂ, ਜਾਂ ਉਸ ਏਰੀਏ ਦਾ ਡੇਰਾ ਉਸ ਏਰੀਏ 'ਚ ਹੈ, ਉਸ ਪਰਟੀਕੂਲਰ ਕੈਂਡੀਡੇਟ ਉਸ ਏਰੀਏ 'ਚ ਹੈ, ਜਿਵੇਂ ਤੁਸੀਂ ਕਿਹਾ ਕਿ ਕਦੇ ਉਹਨਾਂ ਤੋਂ ਕੰਮ ਕਰਾ ਲਏ, ਕੁਛ ਕਰਾ ਲਏ, ਇਹੋ ਜਿਹੀਆਂ ਗੱਲਾਂ ਤਾਂ ਆਈਦਰ ਪਾਰਟੀ 'ਚ ਕਿਸੇ 'ਚ ਵੀ ਹੋ ਸਕਦੀਆਂ, ਪਰ ਇਹ ਹੈ ਕਿ ਸਮੂਹਿਕ ਤੌਰ ਤੇ ਨਹੀਂ ਹੋਇਆ। ਬਟ ਹਾਂ, ਫਰਕ ਪੈਂਦਾ। ਪੋਲੀਟੀਸ਼ੀਅਨਸ ਹੈ ਜਿਹੜੇ ਉਹ ਡੇਰਿਆਂ 'ਚ ਜਾਂਦੇ ਹੈ, ਮਿਲ ਕੇ ਆਉਂਦੇ ਹੈ, ਕਿਉਂਕਿ ਲੋਕ ਉਹਨਾਂ ਦੇ ਮਗਰ ਬਹੁਤ ਹੈ ਡੇਰਿਆਂ ਦੇ। ਹੁਣ ਇਹ ਡੇਰਾ ਪੋਲੀਟਿਕਸ ਨੂੰ ਤੁਸੀਂ ਕਹੋ ਕਿ ਡੇਰਾ ਪੋਲੀਟਿਕਸ 'ਚੋਂ ਸਭ ਪਾਰਟੀਆਂ ਬਾਹਰ ਆ ਜਾਣਗੀਆਂ। ਤੁਸੀਂ ਜਿਵੇਂ ਬੀਜੇਪੀ ਦਾ ਜ਼ਿਕਰ ਕੀਤਾ ਹੈਗਾ, ਉਹਨਾਂ ਨੇ ਇਸੇ ਮੰਤਵ ਦੇ ਨਾਲ ਹਰਿਆਣੇ ਦੇ ਗੁਰਦੁਆਰੇ ਤੋੜ ਕੇ ਅਲੱਗ ਕਿਉਂ ਬਣਾਈ ਹੈ? ਇਸੇ ਲਈ ਬਣਾਈ ਹੈ ਨਾ, ਉਹਨਾਂ ਨੂੰ ਲੱਗਦਾ ਸੀ ਕਿ ਇਹ ਸ਼ਾਇਦ ਕਿਤੇ ਨਾ ਕਿਤੇ ਅਕਾਲੀ ਦਲ ਦਾ SGPC ਦੇ ਵਿੱਚ ਜ਼ਿਆਦਾ ਪ੍ਰਭਾਵ ਹੈ, ਤਾਂ ਉਸ ਪ੍ਰਭਾਵ ਨਾਲ ਸਿੱਖ ਵੋਟ ਤੇ ਵੀ ਕੰਟਰੋਲ ਕਰਦੇ ਆ। ਇਹ ਮੰਤਵ ਤਾਂ ਪੋਲਿਟਿਕਸ ਦੇ ਨਾਲ ਹੀ ਤੋੜਿਆ। ਐਂਡ ਉਹ ਜਿਹੜੇ ਬੰਦੇ ਨੂੰ ਪ੍ਰਮੋਟ ਕਰਦੇ ਆ, ਉਹ ਹੁੱਡਾ ਸਾਹਿਬ ਨੇ ਵੀ ਪ੍ਰਮੋਟ ਕੀਤਾ ਉਸ ਬੰਦੇ ਨੂੰ, ਤੇ ਵੀ ਪ੍ਰਮੋਟ ਕਰਦੇ ਆ। ਉਹ ਸੱਜਣਾ ਨੂੰ ਪੰਜਾਬ 'ਚ ਬੜੀ ਦਾਤੂਵਾਲ ਦੀ ਗੱਲ ਕਰਦੇ ਹੋ? ਹਾਂਜੀ, ਦਾਤੂਵਾਲ ਦੀ ਗੱਲ ਕਰਦੇ ਹੋ? ਮੇਰੇ ਦੱਸੇ ਬਿਨਾਂ ਤੁਹਾਨੂੰ ਪਤਾ ਲੱਗ ਗਿਆ ਇਹ। ਤੇ ਉਹ ਕਦੇ 84 ਤੇ ਨਹੀਂ ਬੋਲਦੇ, ਕਦੇ ਉਹ ਮੈਡਮ ਇੰਦਰਾ ਗਾਂਧੀ ਦੇ ਖਿਲਾਫ ਨਹੀਂ ਬੋਲਦੇ, ਤੇ ਕਿਸੇ ਦੇ ਬਿਠਾਏ ਬੈਠ ਜਾਂਦੇ, ਉਹਦੇ ਉਠਾਏ ਉੱਠ ਜਾਂਦੇ ਆ। ਇਹ ਕੀ ਲੱਗਦਾ ਹੈ? ਇਹ ਵੀ ਤਾਂ ਇੱਕ ਸੋ ਕਾਲਡ ਕਲਟਿਜ਼ਮ ਐਂਡ ਪੋਲਿਟਿਕਸ ਦਾ ਮਿਲਨ ਹੈ ਨਾ ਜੀ। ਇਹ ਵੀ ਤਾਂ ਮਿਲਨ ਹੀ ਹੋਇਆ ਨਾ। ਹੁਣ ਤੁਸੀਂ ਕਹੋ ਕਿ ਹੋਊਗਾ ਨਹੀਂ, ਹਿਊਮਨ ਬੀਇੰਗ ਇਹੋ ਜਿਹਾ ਐਨੀਮਲ ਹੈ, ਇਹ ਐਡਾ ਲਚਕਦਾਰ ਹੈ, ਇਹਨੂੰ ਜਿੱਧਰ ਮਰਜ਼ੀ ਮੋੜ ਦੋ। ਬੜੇ ਥੋੜੇ ਬੰਦੇ ਹੈ ਜਿਹੜੇ ਰੀੜ ਦੀ ਹੱਡੀ ਦੇ ਮਾਲਕ ਹੈ ਤੇ ਆਪਣੀ ਸਥਿਰਤਾ ਨਾਲ ਖੜਦੇ ਹੈ ਕਿ ਇਸ ਲਾਈਨ ਤੋਂ ਅੱਗੇ ਮੈਂ ਨਹੀਂ ਜਾਣਾ। ਮੈਂ ਮਾਸਟਰ ਤਾਰਾ ਸਿੰਘ ਜੀ ਦਾ ਦੱਸਦਾ ਤੁਹਾਨੂੰ, ਇੱਕ IAS ਆਫਿਸਰ ਸੀਗਾ, ਉਹ ਬਹੁਤ ਅਗੇਂਸਟ ਸੀਗਾ ਪੰਜਾਬੀਆਂ ਦੇ ਤੇ ਸਾਡੀ ਫਰੀडम ਸਟਰਗਲ ਦੇ। ਉਹ ਟੁੰਡਾ ਸੀ, ਉਹਨੂੰ ਟੋਡੀ ਲਾਟ ਕਹਿੰਦੇ ਸੀ, ਟੋਡੀ ਲਾਟ। ਸੋ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਗਿਆ ਤਾਂ ਸਾਡੇ ਸੇਵਾਦਾਰਾਂ ਨੇ ਨਾਅਰੇ ਲਾਤੇ, ਟੋਡੀ ਓਏ ਟੋਡੀ ਓਏ। ਉਦੋਂ ਟੋਡੀ ਓਏ ਦੇ ਨਾਅਰੇ ਲਾਉਂਦੇ ਸੀ ਬਿਕੋਜ਼ ਉਹਦਾ ਟੁੰਡਾ ਸੀਗਾ, ਉਹਨੂੰ ਟੋਡੀ ਓਏ ਕਹਿ ਕੇ ਨਾਅਰੇ ਲਾਉਂਦੇ ਸੀ। ਮਾਸਟਰ ਜੀ ਨੇ ਸਮਨ ਕਰਕੇ ਸੇਵੇਦਾਰਾਂ ਨੂੰ ਜੁਰਮਾਨਾ ਕੀਤਾ। ਉਹਨਾਂ ਨੇ ਸਵਾਲ ਪੁੱਛਿਆ ਮਾਸਟਰ ਜੀ ਨੂੰ ਕਿ ਮਾਸਟਰ ਜੀ, ਇੱਕ ਪਾਸੇ ਤਾਂ ਤੁਸੀਂ ਇਹਨਾਂ ਦੇ ਉਲਟ ਬੋਲਦੇ ਹੋ ਤੇ ਅੱਜ ਤੁਸੀਂ ਸਾਨੂੰ ਜੁਰਮਾਨਾ ਕਰਤਾ। ਉਹ ਕਹਿੰਦੇ ਇਹ ਗੁਰੂ ਦਾ ਘਰ ਹੈ। ਹਾਂ, ਇਹ ਗੁਰੂ ਦੇ ਘਰ 'ਚ ਕੋਈ ਵੀ ਆਉਂਦਾ ਨਿਮਾਣਾ ਹੋ ਕੇ ਆਉਂਦਾ, ਉਹਨੂੰ ਨਹੀਂ ਤੁਸੀਂ ਬੋਲ ਸਕਦੇ। ਬਾਹਰ ਤਾਂ ਮੈਂ ਵੀ ਟੋਡੀ ਕਹੂੰਗਾ ਇਹਨੂੰ। ਨਾ, ਇਹ ਜਿਹੜੀ ਰੀੜ ਦੀ ਹੱਡੀ ਹੈ, ਇਹ ਜਿਹੜੀ ਡਿਸਟਿੰਕਸ਼ਨ ਹੈ, ਇਹ ਵਿਰਲੇ ਬੰਦਿਆਂ 'ਚ ਹੁੰਦੀ ਹੈ, ਜਿਵੇਂ ਮਾਸਟਰ ਤਾਰਾ ਸਿੰਘ ਦੇ ਵਿੱਚ ਸੀ। ਮਾਸਟਰ ਤਾਰਾ ਸਿੰਘ ਜੀ ਨੇ ਤਾਂ ਆਪਣੀ ਬੇਟੀ ਦੇ ਹੱਥ ਤੋਂ ਕਾਗਜ਼ ਖੋਲਿਆ ਸੀ, SGPC ਦੇ ਪੈਡ ਦਾ ਇੱਕ ਕਾਗਜ਼ ਚੱਕ ਲਿਆ, ਉਹਦੇ ਹੱਥੋਂ ਖੋਲਿਆ, ਤੇ ਨਾਲ ਦੇ ਕਹਿੰਦੇ ਬੱਚੀ ਹੈ ਦੇ ਦਿਓ, ਕਹਿੰਦਾ ਨਹੀਂ SGPC ਦਾ ਕਾਗਜ਼ ਹੈ, ਇਹ ਕਿਉਂ ਵੇਸਟ ਕਰੋਗੇ? ਇਹ ਇਸ ਪ੍ਰਿੰਸੀਪਲ ਦੇ ਬੰਦੇ ਹੁੰਦੇ ਸੀ ਉਦੋਂ। ਪੂਰੀ ਜ਼ਿੰਦਗੀ ਉਹੀ ਕੱਪੜੇ ਪਾ ਕੇ ਗੁਜ਼ਾਰਤੇ, 2 ਜੋੜੇ ਪਾ ਕੇ। ਇਹ ਲੋਕ ਅੱਜ ਨਹੀਂ ਹੈ। ਪਰ ਕਿਤੇ ਨਾ ਕਿਤੇ ਚਲੋ ਆਪਾਂ ਜਦੋਂ ਇਹ ਗੱਲ ਕਰਦੇ ਆ, ਇੱਕ ਪੋਜ਼ਿਟਿਵ ਪੱਖ ਆ, ਪਰ ਕਿਤੇ ਨਾ ਕਿਤੇ ਜੋ ਅਸੀਂ ਵੀ ਪੜ੍ਹਦੇ ਆ, ਮਾਸਟਰ ਤਾਰਾ ਸਿੰਘ ਤੇ ਵੀ ਉਂਗਲ ਉੱਠਦੀ ਹੈ ਵੀ ਆਹ ਮਿਸਟੇਕ ਉਹਨਾਂ ਕੋਲੋਂ ਵੀ ਹੋਈ ਹੈ ਕਿਸੇ ਵੀ ਪ੍ਰਕਾਰ। ਚਲੋ ਖੈਰ, ਮਿਸਟੇਕ ਤਾਂ ਬੰਦੇ ਤੋਂ ਹੋਣੀ ਹੈ। ਹਾਂ, ਹੋਣੀ ਹੈ। ਹਿਊਮਨ ਬੀਇੰਗ ਕਿਹੜਾ ਜਿਹੜਾ ਮਿਸਟੇਕ ਨਹੀਂ ਕਰੂਗਾ? ਇੱਕ ਸਕੂਲ ਦੇ ਮਾਸਟਰ ਨੇ ਉਹ, ਤੇ ਦੂਜੇ ਪਾਸੇ ਉਹ ਪੜ੍ਹੇ ਹੋਏ ਨੇ ਇੰਗਲੈਂਡ ਤੋਂ, ਤੇ ਮੁਕਾਬਲਾ ਜਿਹੜਾ ਉਹਨਾਂ ਨਾਲ ਹੋ ਰਿਹਾ ਕਿਤੇ ਨਾ ਕਿਤੇ ਮੈਂ ਕਹਿੰਦਾ ਫਿਰ ਵੀ ਕੌਮ ਦਾ ਬਚਾਅ ਹੋ ਜੇ, ਇਹੀ ਬੜੀ ਵੱਡੀ ਗੱਲ ਆ। ਹੁਣ ਮੰਨ ਲਓ ਇਸ ਵੇਲੇ ਡੇਰਾਵਾਦੀ ਵੋਟ ਦਾ ਅਜੇ ਤੁਸੀਂ ਬਿਲਕੁਲ ਕਲੀਅਰ ਨਹੀਂ ਕੀਤਾ ਵੀ ਕਿੱਧਰ ਭੁਗਤੇਗੀ। ਤੁਸੀਂ ਕਿਹਾ ਵੀ ਇਹ ਭਵਿੱਖ ਦੀ ਗਰਭ ਦੇ ਵਿੱਚ ਕੁਝ ਗੱਲਾਂ ਨੇ, ਇਹ ਕੱਢਦੀਆਂ ਨਹੀਂ ਅਜੇ। ਦੇਖੋ, ਮੈਂ ਦੱਸਦਾ ਤੁਹਾਨੂੰ, ਪਰ ਅਕਾਲੀ ਦਲ ਕੀ ਐਸਾ ਫਾਰਮੂਲਾ ਸਾਡੇ ਅੱਜ ਦਰਸ਼ਕਾਂ ਨੂੰ ਦੱਸੋ ਜਿਹਦੇ ਨਾਲ ਅਸੀਂ ਕਹਿ ਸਕੀਏ ਵੀ ਤੁਸੀਂ ਕਹਿ ਸਕੋ ਵੀ ਅਕਾਲੀ ਦਲ ਆ ਬਹੁਮਤ ਨਾਲ ਆਊਗਾ? ਸਿਰਫ BSP ਗੱਠਜੋੜ ਹੋਇਆ ਹੈ, ਜਾਂ ਤੇ ਇਸ ਗੱਠਜੋੜ ਦੇ ਵਿੱਚੋਂ ਤੁਸੀਂ ਭਵਿੱਖ ਦੇਖਦੇ ਹੋ? ਕੀ ਚੱਕਰ ਕੀ ਹੈ? ਦੇਖੋ, ਅਕਾਲੀ ਦਲ ਪਿਛਲੀ ਵਾਰ ਵੋਟ ਬੈਂਕ ਅਕਾਲੀ ਦਲ ਦਾ ਕ੍ਰੈਸ਼ ਕੀਤਾ, ਬਟ ਫਿਰ ਵੀ ਅਕਾਲੀ ਦਲ 23.5% ਵੋਟ ਬੈਂਕ ਲੈ ਕੇ ਗਿਆ। ਤੇ ਜੇ ਅਸੀਂ BJP ਦਾ ਵੀ ਵਿੱਚ ਜੋੜ ਲਈਏ ਤਾਂ 26-27% ਬਣ ਜਾਂਦਾ। ਤੁਸੀਂ ਆਮ ਆਦਮੀ ਪਾਰਟੀ 20 ਸੀਟਾਂ ਲੈ ਗਈ 20+ ਚ। ਆਮ ਆਦਮੀ ਪਾਰਟੀ ਸਾਰਾ ਇੱਕ, ਕਿਉਂਕਿ ਇੱਕ ਮਾਲਵੇ 'ਚ ਹੀ ਵੋਟ ਬੈਂਕ ਮੇਨਲੀ ਲੈ ਕੇ ਗਏ, ਮਾਲਵੇ ਦਾ ਵੀ ਇੱਕ ਜਿਹੜਾ ਮੇਨ ਮਾਲਵਾ ਹੈ ਉਸ ਰੀਜਨ ਦੇ ਵਿੱਚ ਲੈ ਕੇ ਗਏ। ਅਕਾਲੀ ਦਲ ਦਾ ਵੋਟ ਬੈਂਕ ਇੰਟੈਕਟ ਹੈ, ਡੈਮੇਜ ਹੋਇਆ ਪਿਛਲੀ ਵਾਰ। ਜਿਹੜੀਆਂ ਸਿਚੁਏਸ਼ਨਸ ਪੈਦਾ ਹੋਈਆਂ, 10 ਸਾਲ ਦੀ ਐਂਟੀ ਇਨਕੰਬੈਂਸੀ ਹੋਈ, ਬੇਅਦਬੀ ਦੇ ਇਸ਼ੂ ਨੂੰ ਵੀ ਲੈ ਕੇ ਦੋਨੇ ਪੋਲੀਟੀਕਲ ਪਾਰਟੀਜ਼, ਆਮ ਆਦਮੀ ਤੇ ਕਾਂਗਰਸ ਨੇ ਇਸ ਨੂੰ ਬਹੁਤ ਵੱਡਾ ਮੁੱਦਾ ਬਣਾਇਆ। ਇਹ ਮੁੱਦਾ ਸੀ, ਇਸੇ ਵਜ੍ਹਾ ਕਰਕੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਨੂੰ ਫੜ ਕੇ ਦਮਦਮਾ ਸਾਹਿਬ ਵਾਲੇ ਕਿਹਾ ਕਿ ਉਹ ਕਹਿੰਦੇ ਆ ਕਿ ਮੈਂ 6 ਮਹੀਨੇ 'ਚ ਕਰ ਦੂੰ, ਮੈਂ 6 ਹਫ਼ਤਿਆਂ 'ਚ ਕਰ ਦੂੰ, ਮੈਂ ਦੂਰ ਕਰ ਦੂੰ, ਮੈਂ ਡਰੱਗਸ ਦੂਰ ਕਰ ਦੂੰ। ਡਰੱਗਸ ਬਹੁਤ ਵੱਡਾ ਇਸ਼ੂ ਸੀਗਾ, ਪਰ ਅੱਜ ਲੋਕੀ ਰਿਅਲਾਈਜ਼ ਕਰ ਰਹੇ ਹੈ ਕਿ ਡਰੱਗਸ ਜਿਹੜਾ ਇਸ਼ੂ ਹੈ ਉਹ
ਪੋਲੀਟੀਕਲ ਪਾਰਟੀਆਂ ਨਾਲ ਤਾਲੁਕ ਰੱਖਦਾ ਨਹੀਂ ਹੈ। ਇਹਦੇ ਬਹੁਤ ਵੱਡੇ ਪੈਮਾਨੇ ਹੈ। ਦਿੱਲੀ 'ਚ ਕਿਹੜਾ ਨਹੀਂ ਡਰੱਗਸ, ਦਿੱਲੀ 'ਚ ਵੀ ਡਰੱਗਸ ਹੈ, ਪੂਰੀ ਕੰਟਰੀ 'ਚ ਹੈ, ਮੁੰਬਈ 'ਚ ਡਰੱਗਸ ਹੈ। ਹੁਣ ਤੁਸੀਂ ਪਿੱਛੇ ਉਹਦਾ ਰਾਜਪੂਤ ਦਾ ਚੱਲਦਾ ਰਿਹਾ ਕੇਸ, ਪੂਰਾ ਬੰਬੇ ਦੇ ਵਿੱਚ ਕਿਹੜੇ ਕਿਹੜੇ ਵੱਡੇ ਵੱਡੇ ਨਾਮ ਆਉਂਦੇ ਆ, ਰੇਪ ਪਾਰਟੀਆਂ ਦੀਆਂ ਜ਼ਿਕਰ ਆਉਂਦੀਆਂ। ਇਹ ਸ਼ਹਿਰੀਕਰਨ ਦੀ ਇੱਕ ਬਿਮਾਰੀ ਹੈ ਐਂਡ ਪੰਜਾਬ ਪੂਰੇ ਦਾ ਪੂਰਾ ਇੱਕ ਸ਼ਹਿਰੀਕਰਨ ਦਾ ਹਿੱਸਾ ਹੈ, ਕਿਉਂਕਿ ਪੰਜਾਬ ਦਾ ਪਿੰਡ ਵੀ ਹੈ ਜਿਹੜਾ, ਉਹਨੂੰ ਤੁਸੀਂ ਪਿੰਡ ਦੀ ਨਜ਼ਰੀਏ ਨਾਲ ਨਾ ਦੇਖੋ, ਉਹ ਪਿੰਡ ਦੇ ਵਿੱਚ ਵੀ ਸ਼ਹਿਰ ਦਾ ਇਨਫਲੂਐਂਸ ਪੂਰਾ ਹੈ। ਆਉਣਾ ਜਾਣਾ ਸ਼ਹਿਰਾਂ 'ਚ, ਤੁਸੀਂ ਅੱਜ ਮੌਲ 'ਚ ਵੀ ਜਾਓਗੇ ਤਾਂ 60% ਤੁਹਾਨੂੰ ਬੰਦੇ ਪੇਂਡੂ ਬੰਦੇ ਨਜ਼ਰ ਆਉਣਗੇ ਜਿਹੜੇ ਆਏ ਹੈ। ਪੰਜਾਬ ਦਾ ਕੇਰਲਾ ਟਾਈਪ ਪਿੰਡ ਤੇ ਸ਼ਹਿਰ ਦੇ ਵਿੱਚ ਫਰਕ ਬਹੁਤ ਘੱਟ ਹੈ। ਪਲੱਸ ਅਸੀਂ ਬਾਰਡਰ ਤੇ ਬੈਠੇ ਹਾਂ, ਜਿੰਨਾ ਟੈਰਰਿਜ਼ਮ ਤੇ ਨਸ਼ਾ ਇਹਨੂੰ ਰਲਾ ਕੇ ਜਿਹੜੀ ਕਾਕਟੇਲ ਬਣਾ ਕੇ ਪਾਕਿਸਤਾਨ ਕਰਦਾ ਹੈ, ਕਿਉਂਕਿ ਜਿਹਨੇ ਇੱਧਰ ਆਉਣਾ ਹੈ ਉਹਨੂੰ ਨਸ਼ਾ ਦਿਓ, ਤੁਹਾਨੂੰ ਪੈਸਾ ਦੇਣ ਦੀ ਲੋੜ ਨਹੀਂ, ਉਹ ਇੱਥੇ ਆ ਕੇ ਨਸ਼ਾ ਵੇਚ ਦਿਓ। ਅਫਗਾਨਿਸਤਾਨ ਉਹਦੀ ਪ੍ਰੋਡਕਸ਼ਨ ਹੁੰਦੀ ਹੈ, ਸਾਰਿਆਂ ਨੂੰ ਪਤਾ ਹੈ, ਉੱਥੋਂ ਪ੍ਰੋਡਕਸ਼ਨ ਹੋ ਕੇ ਇੰਡੀਆ 'ਚ ਆਉਂਦਾ ਹੈ। ਪੰਜਾਬ ਇੱਕ ਜਗ੍ਹਾ ਹੈ ਜਿੱਥੋਂ ਤੁਰ ਕੇ ਜਾਂਦਾ ਹੈ, ਤੁਰ ਕੇ ਪੂਰੀ ਵਰਲਡ 'ਚ ਪਹੁੰਚਦਾ ਹੈ। ਪੂਰੀ ਵਰਲਡ ਦੀ ਪ੍ਰੋਬਲਮ ਹੈ, ਪੂਰੀ ਵਰਲਡ ਨੂੰ ਪਤਾ ਹੈ ਕਿ ਪ੍ਰੋਬਲਮ ਕਿੱਦਾਂ ਸ਼ੁਰੂ ਹੁੰਦੀ ਹੈ। ਐਂਡ ਉਹ ਜਦ ਪੰਜਾਬ ਦੀ ਧਰਤੀ 'ਤੇ ਆ ਜਾਂਦਾ ਹੈ ਤਾਂ ਫਿਰ ਉੱਥੇ ਉਹ ਵੰਡਿਆ ਵੀ ਜਾਂਦਾ ਹੈ, ਕਿਉਂਕਿ ਲੋਕਾਂ ਨੂੰ ਨਸ਼ੇ 'ਚ ਲਾ ਦਿਓ, ਵਨ ਟਾਈਮ ਨਸ਼ੇ 'ਚ ਬੰਦਾ ਹੋ ਜਾਂਦਾ ਇਹਦੇ 'ਚ। ਜਿਹੜਾ ਤੁਸੀਂ ਟ੍ਰੈਡੀਸ਼ਨਲ ਨਸ਼ੇ ਸੀਗੇ, ਫੀਮ ਹੈ, ਡੋਡੇ ਹੈ, ਉਹਦੇ ਐਡਿਕਟਸ ਐਵੇਂ ਨਹੀਂ ਬਣਦੇ ਕਿ ਇੱਕ ਸ਼ਾਟ ਦੇ ਨਾਲ ਐਡਿਕਟ ਬਣ ਗਏ, ਉਹ ਰੈਗੂਲਰ ਲੈ ਕੇ ਐਡਿਕਟ ਬਣਦਾ ਬੰਦਾ। ਪਰ ਇਹ ਇਹੋ ਜਿਹੇ ਹੈ ਕਿ ਤੁਸੀਂ ਸਿੰਗਲ ਸ਼ਾਟ ਨਾਲ ਐਡਿਕਟ ਬਣਦੇ ਹੋ। ਇਹ ਬਣਾਉਂਦੇ ਕਿਵੇਂ ਆ ਬੰਦੇ ਕਿ ਇੱਕ ਐਡਿਕਟ ਹੈ, ਉਹਨੂੰ ਤੋੜ ਲੱਗਦੀ ਹੈ, ਉਹਦੇ ਕੋਲ ਪੈਸਾ ਹੈ ਨਹੀਂ, ਉਹਨੂੰ ਕਹਿੰਦੇ ਆਹ ਲੈ 5 ਸ਼ਾਟਸ ਲੈ, ਇੱਕ ਤੇਰੇ ਲਈ ਤੇ 4 ਅੱਗੇ ਵੇਚ, ਅੱਗੇ ਬਣਾ। ਉਹ ਫਿਰ ਅੱਗੇ ਗਾਹਕ ਬਣਾਉਂਦਾ ਕਿ 4 ਵੇਚੂਗਾ ਤਾਂ 1 ਫ੍ਰੀ ਮਿਲੂਗਾ। ਇਹ ਬਹੁਤ ਵੱਡਾ ਪ੍ਰੋਬਲਮ ਹੈ ਪੰਜਾਬ ਦੀ। ਇਹਨੂੰ ਜਿਸ ਢੰਗ ਦੇ ਨਾਲ ਗਵਰਨਮੈਂਟਸ, ਸਕਸੈਸਿਵ ਗਵਰਨਮੈਂਟਸ ਡੀਲ ਕਰਨ ਦੀ ਕੋਸ਼ਿਸ਼ ਕਰਦੀਆਂ ਬਾਈ ਪੁਲਿਸ ਮੈਥਡ, ਇਹ ਨਹੀਂ ਹੋਣੀਆਂ। ਇਹ ਜੇ ਭੁੱਲ ਜਾਣ, ਇਹ ਅੱਜ ਦੇ ਦਿਨ ਦੇ ਵਿੱਚ ਅਕਾਲੀ ਸਰਕਾਰ ਨਾਲੋਂ ਨਸ਼ਾ ਕਈ ਗੁਣਾ ਵੱਧ ਗਿਆ। ਹੁਣ ਕੈਪਟਨ ਸਾਹਿਬ ਦਾ ਇਹ ਕਹਿਣਾ ਕਿ ਇੰਨੇ ਅਸੀਂ ਫੜ ਲਏ, ਫੜਨ ਦਾ ਮਤਲਬ ਕੀ ਹੈ ਕਿ ਪੈਡਲਰ ਸੀ ਤਾਂ ਹੀ ਫੜੇ ਨਾ, ਜੇ ਪੈਡਲਰ ਵਧੇ ਤਾਂ ਫੜੇ। ਅਸੀਂ ਕਹੀਏ ਕਿ ਪਿਛਲੇ ਮਹੀਨੇ ਤਾਂ 4 ਚੋਰੀਆਂ ਦੇ ਕੇਸਿਸ ਤੋਂ ਐਤਕੀ 20 ਹੋ ਗਏ, ਇਹਦਾ ਮਤਲਬ ਮੈਂ ਚੋਰੀ ਬੰਦ ਕਰਤੀ? ਨਹੀਂ, ਇਹਦਾ ਮਤਲਬ ਐਤਕੀ 20 ਚੋਰੀਆਂ ਹੋਈਆਂ ਸੀ, ਤੁਸੀਂ 20 ਚੋਰ ਫੜੇ। ਪਿਛਲੀ ਵਾਰ ਨਾਲੋਂ ਤੁਸੀਂ 5 ਟਾਈਮਸ ਨਸ਼ਾ ਵੱਧ ਫੜਿਆ, ਇਹਦਾ ਮਤਲਬ ਨਸ਼ੇ ਦੀ ਤਸਕਰੀ ਪੰਜਾਬ 'ਚ ਵਧੀ ਹੋਈ ਹੈ। ਤੁਹਾਨੂੰ ਇਹ ਵੀ ਦੱਸ ਦੇਵਾਂ ਨਸ਼ਾ ਫੜਿਆ ਕਿਵੇਂ ਜਾਂਦਾ ਹੈ। ਜੇ 50 ਕਿਲੋ ਬਾਹਰੋਂ ਭੇਜਦੇ ਆ ਹੈਰੋਇਨ, ਉਹ ਇੱਕ ਬਹੁਤ ਵੱਡੀ ਮਿਲੀ ਭੁਗਤ ਦੇ ਨਾਲ ਆਉਂਦਾ ਹੈ, ਬਾਰਡਰ ਨੂੰ ਡਿਲੂਟ ਕਰਕੇ ਆਉਂਦਾ ਹੈ, ਬਾਰਡਰ ਪੈਨੀਟ੍ਰੇਟ ਕਰਦੇ ਆ, ਜਿਹੜੇ ਬਾਰਡਰ ਸਾਂਭਣ ਵਾਲੇ ਆ ਉਹ ਵਿੱਚ ਰਲਦੇ ਆ। ਉਹ ਫਿਰ ਪਾਰਟ ਆਫ ਸਿਸਟਮ ਹੁੰਦਾ ਹੈ ਕਿ ਜੇ ਮੈਂ 50 ਕਿਲੋ ਭੇਜਦਾ ਤਾਂ ਮੈਂ 5 ਕਿਲੋ ਤੁਹਾਨੂੰ ਫੜਾ ਵੀ ਦਊਂਗਾ, ਤੁਸੀਂ ਅਵਾਰਡ ਵੀ ਲੈ ਲਓ। ਓਕੇ, ਬਿਲਕੁਲ। ਪੈਡਲਰ ਕੀ ਕਰਦਾ ਹੈ ਕਿ ਜਿਹੜਾ ਫੀਮ ਵੇਚਦਾ ਹੈ ਉਹ 19 ਕੋਸ ਏਰੀਏ ਦੇ ਵਿੱਚ ਸ਼ੈਲਟਰ ਦਾ ਅਵਜਾਨਾ ਦਿੰਦਾ, ਸ਼ੈਲਟਰ ਮਨੀ ਵੀ ਦਿੰਦਾ ਤੇ ਸ਼ੈਲਟਰ ਦਾ ਅਵਜਾਨਾ ਵੀ ਦਿੰਦਾ। ਪੰਜਾਬ ਲੱਕੀ ਹੈ, ਪੰਜਾਬ ਦੇ ਵਿੱਚ ਡਿਲੂਟ ਪੁਲਿਸ ਹੈ। ਹਰਿਆਣੇ ਦੇ ਵਿੱਚ ਤਾਂ ਇੱਕ ਟਾਈਮ ਡਿਲੂਟ ਪੋਲੀਟੀਸ਼ੀਅਨ ਸੀ। ਹਰਿਆਣੇ 'ਚ ਵਨ ਟਾਈਮ ਇਹ ਪੋਲੀਟੀਕਲ ਇੰਟਰਫੀਅਰੈਂਸ ਨਾਲ ਨਸ਼ਾ ਵਿਕਦਾ ਸੀ। ਪੰਜਾਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਡਿਲੂਸ਼ਨ ਦੇ ਨਾਲ ਵਿਕਦਾ। ਇਹ ਜਿਹੜੀਆਂ ਗੱਲਾਂ ਹੈ ਬਹੁਤ ਬੜੀਆਂ ਗੱਲਾਂ ਹੈ, ਇਹਦੇ ਤੇ ਇਲੈਕਸ਼ਨਾਂ ਜਿੱਤੀਆਂ ਗਈਆਂ। ਅੱਜ ਪੰਜਾਬ ਦਾ ਕੀ ਹੈ ਕਿ ਲੋਕ ਕਹਿਣ ਲੱਗ ਗਏ ਕਿ ਸੁਖਬੀਰ ਬਾਦਲ ਡਾਇਨਾਮਿਕ ਹੈ, ਇਹਨੇ ਡਿਵੈਲਪਮੈਂਟ ਕੀਤੀ ਹੈ। ਅੱਜ ਪੂਰੇ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਜਿੰਨੀ ਕੰਸਟਰਕਸ਼ਨ ਐਕਟੀਵਿਟੀ ਚੱਲ ਰਹੀ ਹੈ, ਐਨੀ ਪ੍ਰੋਜੈਕਟ ਉਂਗਲੀ ਲਾ ਲਓ ਅਕਾਲੀ ਦਲ ਦੀ ਟੈਨਿਓਰ ਦਾ ਪਾਸ ਹੋਇਆ ਹੋਇਆ। ਨਵਾਂ ਪ੍ਰੋਜੈਕਟ ਦੱਸ ਦੇਣ ਕਿਹੜਾ ਪਾਸ ਹੋਇਆ। ਆਪਾਂ ਲੁਧਿਆਣੇ ਬੈਠੇ ਹਾਂ, ਆ ਰੋਡ ਬਣ ਰਹੀ ਹੈ। ਵੀ ਤੁਹਾਨੂੰ ਕਹਿਣ ਤੋਂ ਭਾਵੇਂ ਵਿਕਾਸ ਦੇ ਨਾਮ ਤੇ ਤੁਸੀਂ ਆਓਗੇ? ਬਿਲਕੁਲ ਵਿਕਾਸ ਦੇ ਨਾਮ ਤੇ ਆਵਾਂਗੇ। ਅਸੀਂ ਦੱਸਾਂਗੇ, ਦੇਖੋ ਅਸੀਂ ਦੱਸਾਂਗੇ ਕਿ ਜਿਸ ਇਸ਼ੂਜ਼ ਤੇ ਸਾਨੂੰ ਅਟੈਕ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਪ੍ਰੋਮਿਸਿਸ ਕੀਤੇ ਆ, ਫਾਲਸ ਪ੍ਰੋਮਿਸਿਸ, ਪ੍ਰਸ਼ਾਂਤ ਕਿਸ਼ੋਰ ਦੇ ਲਾਰੇ ਉਹ ਲੋਲੀਪੌਪਸ ਉਹ ਕਿਤੇ ਨਹੀਂ ਹੈਗੇ। ਤੁਸੀਂ ਨਸ਼ੇ ਦੀ ਗੱਲ ਕੀਤੀ, 4 ਹਫ਼ਤੇ 'ਚ ਕੰਟਰੋਲ ਕਰਨਾ, ਉਹ ਨਹੀਂ ਹੋਇਆ। ਤੁਸੀਂ ਉਹਦੇ ਇਲਾਵਾ ਬੇਅਦਬੀ ਦੇ ਇਸ਼ੂ ਨੂੰ ਲੈ ਕੇ ਅਕਾਲੀ ਦਲ ਨੂੰ ਕਟਹਿਰੇ 'ਚ ਖੜਾ ਕਰਤਾ, ਮੁਲਜ਼ਮ ਬਣਾਤਾ। ਦੁਖਦਾਈ ਗੱਲ ਹੈ, ਵੀ ਲੋਸਟ 2 ਲਾਈਫਸ ਇਨ ਪੁਲਿਸ ਫਾਇਰਿੰਗ, ਠੀਕ ਹੈ ਨੇ। ਤੇ ਜਿਹੜੇ 150 ਸ਼ਰਾਬ ਹੂਚ ਪੀ ਕੇ ਮਰ ਗਏ ਉਹ ਬੰਦੇ ਨਹੀਂ ਸੀ। ਜਿਹੜੇ ਅੰਮ੍ਰਿਤਸਰ ਰੇਲਵੇ ਟ੍ਰੈਜਡੀ 'ਚ ਮਰ ਗਏ ਉਹ ਬੰਦੇ ਨਹੀਂ ਸੀ। ਪੂਰੇ ਪੰਜਾਬ 'ਚ ਪੈਂਡੈਮਿਕ ਦੇ ਵਿੱਚ ਤੁਸੀਂ ਜੇ ਡੇਟੇ ਕਢਾ ਲਓ, 4-5 ਹਜ਼ਾਰ ਬੰਦਾ ਵੈਦ ਸ਼ਰਾਬ ਪੀ ਕੇ ਮਰਿਆ। 4-5 ਹਜ਼ਾਰ। ਤੁਸੀਂ ਪੰਜਾਬ ਦੇ ਵਿੱਚ ਡਿਸਟਿਲਰੀਜ਼ ਚੱਲ ਰਹੀਆਂ। ਜਿੱਦਣ ਤੁਸੀਂ ਦਿੱਲੀ ਜਾਂਦੇ ਹੋ ਸੋਨੀਆ ਜੀ ਨੂੰ ਦਿਖਾਣ, ਉਦੋਂ ਤੁਸੀਂ ਬਾਦਲ ਪਿੰਡ ਦੇ ਵਿੱਚ ਜਾ ਕੇ ਡਿਸਟਿਲਰੀ ਫੜਦੇ ਹੋ। ਫਿਰ ਉਹਦੇ ਮਾਲਕ ਦਾ ਨਾਮ ਕਿਉਂ ਨਹੀਂ ਉਜਾਗਰ ਕਰਦੇ? ਤੁਸੀਂ ਉਜਾਗਰ ਕਰੋ ਕਿ ਜਿਹੜੀ ਤੁਸੀਂ ਪੈਲ ਦੇ ਵਿੱਚ ਫੜੀ ਹੈ ਕੌਣ ਹੈ,
ਕੌਣ ਹੈ ਸ਼ਰਾਬ ਵੇਚਣ ਵਾਲੇ? ਇਹਨਾਂ ਦੇ MLAs ਇਨਵੋਲਡ ਹੈ ਵਿੱਚ। ਤੁਹਾਨੂੰ ਤਾਂ ਜਾਣਕਾਰੀ ਹੋਣੀ ਹੈ, ਮੈਂ ਤਾਂ ਤੁਹਾਡੀ ਇੱਕ ਦੀ ਇੰਟਰਵਿਊ ਵੀ ਸੁਣੀ ਹੈ ਕਿ ਪੰਜਾਬ ED ਨੇ ਕੇਸ ਬਣਾਇਆ ਸੀ, ਉਹ ਦਬ ਲਿਆ ਗਿਆ। ਉਹ ਦਬਿਆ ਕਿਨੇ, ਮੈਨੂੰ ਉਹ ਵੀ ਪਤਾ ਕਿਨੇ ਦਬਾਇਆ। ਇੱਥੇ ਦੇ ਲੁਧਿਆਣੇ ਦਾ ਬੰਦਾ ਹੈ, ਇਜ਼ ਅ ਫੈਬੂਲਸ ਰਿਚ ਮੈਨ। ਉਹਨਾਂ ਦੇ ਗਾਟੀਆਂ ਸਾਰਿਆਂ ਨਾਲ ਪੈਂਦੀ ਹੈ। ਦੇਖੋ, ਇਹ ਜਦ ਸਟੇਟ ਸਪਾਂਸਰਡ ਲੂਟ ਹੁੰਦੀ ਹੈ, ਉਹ ਇਲਜ਼ਾਮ ਅਕਾਲੀ ਦਲ ਤੇ ਕਦੇ ਨਹੀਂ ਸੀ, ਕੈਪਟਨ ਸਾਹਿਬ ਤੇ ਹੈ। ਸਟੇਟ ਸਪਾਂਸਰਡ ਲੂਟ ਆਫ ਐਕਸਚੇਕਰ, ਐਕਸਾਈਜ਼ ਦੀ ਲੁੱਟ, ਇਹ ਹਮੇਸ਼ਾ ਰੇਤੇ ਨੂੰ ਲੈ ਕੇ ਇਲਜ਼ਾਮ ਲਾਉਂਦੇ ਸੀ। ਅੱਜ ਹਾਈ ਕੋਰਟ ਨੇ ਓਪਨ ਇਨਕੁਆਇਰੀ ਕਰਾ ਲਈ ਤੇ ਸੀਨੀਅਰ CGM ਨੇ ਰੋਪੜ ਦੇ ਨੇ ਰਿਪੋਰਟ ਦੇ ਦਿੱਤੀ ਕਿ ਅਵੈਧ ਬੰਦੇ ਆ। ਕੌਣ ਚਲਾਉਂਦਾ ਫਿਰ? ਕਿਉਂ ਨਹੀਂ ਉਹਨੂੰ ਫੜਦੇ? ਇਹ ਬਹੁਤ ਔਖਾ ਹੈ ਸਰ। ਅੱਜ ਕੱਲ ਤਾਂ ਸੈਟੇਲਾਈਟ ਦੇ ਨਾਲ 2 ਮਿੰਟ ਚ ਫੜ ਲਓ, ਕਿਹੜਾ ਬੰਦਾ ਫੜਨਾ? ਬਿਲਕੁਲ 2 ਮਿੰਟਸ। ਨਵਜੋਤ ਸਿੱਧੂ ਜੀ ਨੇ ਮੈਨੂੰ ਇੱਕ ਵਾਰ ਬੁਲਾਇਆ ਸੀ ਕਿ ਜੀ ਪਾਲਿਸੀ ਬਣਾਣੀ ਹੈ ਰੇਤੇ ਦੀ, ਤੂੰ ਆ ਜਾ। ਮੈਂ ਜਾ ਕੇ ਕਿਹਾ ਕਿ ਮੈਨੂੰ ਕਿਉਂ ਤੰਗ ਕਰਦੇ ਹੋ? ਕਿਸੇ ਨੇ ਮੰਨਣੀ ਨਹੀਂ। ਮੈਂ ਸਿੱਧੂ ਹਾਂ, ਮੈਂ ਇਹ ਕਰ ਦੂੰ। ਮੈਂ ਕਿਹਾ ਤੁਹਾਡੀ ਨਹੀਂ ਪੈਰ ਚੱਲਣ ਦੇਣੀ। ਮੈਂ ਉੱਥੇ ਬੈਠ ਕੇ 3-4 ਘੰਟੇ ਲਾ ਕੇ ਰਫ ਡਰਾਫਟ ਕਰਕੇ ਦਿੱਤਾ। ਉਹਨਾਂ ਨੇ ਬੁਲਾ ਲਿਆ ਆਪਣਾ ਡਾਇਰੈਕਟਰ। ਉਹ ਡਾਇਰੈਕਟਰ ਕਹਿੰਦਾ ਜੀ ਆਹੀ ਪਾਲਿਸੀ ਆਂਧਰਾ ਦੀ ਹੈ। ਮੈਂ ਕਿਹਾ ਤੁਸੀਂ ਆਂਧਰਾ ਨੂੰ ਕਿਉਂ ਦੇਖਦੇ ਹੋ? ਤੁਸੀਂ ਆਪਣੀ ਪਾਲਿਸੀ ਆਪ ਬਣਾਓ। ਸਾਡੇ ਦਰਿਆ ਆ, ਸਾਡੀ ਪਾਲਿਸੀ ਚੋਰੀ ਰੋਕਣੀ ਹੈ, ਪ੍ਰੋਵੀਜ਼ਨ ਬਣਾਣੀ ਹੈ, ਆਪ ਰੋਕਦੇ ਆ। ਉਹ ਪਾਲਿਸੀ ਬਣਾ ਕੇ ਸਿੱਧੂ ਸਾਹਿਬ ਲੈ ਗਏ। ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸਿੱਧੂ ਸਾਹਿਬ ਨੂੰ ਬਰੰਗ ਠੁੱਡਾ ਮਾਰ ਕੇ ਬਾਹਰ ਕੱਢਤਾ। ਨਾਓ ਦੇਖੋ, ਜਦ ਸਟੇਟ ਇਸ ਤਰ੍ਹਾਂ ਕਰੂਗੀ ਕਿ ਤੁਸੀਂ ਕਿੱਥੇ ਰਹਿ ਜਾਓਗੇ? ਇਹ ਇਸ਼ੂਜ਼ ਆਣੇ ਐਤਕੀ। ਐਂਡ ਸੈਕੰਡ ਇਸ਼ੂ ਕੀ ਹੈ? ਦੇਖੋ, ਅਕਾਲੀ ਦਲ ਦਾ BJP ਨਾਲ ਅਲਾਇੰਸ, ਬਿੱਟੂ ਜੀ ਤਾਂ ਬਹੁਤ ਪੁੱਠਾ ਸਿੱਧਾ ਵੀ ਬੋਲੇ ਆ, ਜਿਵੇਂ ਕਿ ਹਿੰਦੂ ਵੋਟ ਦਾ ਹੁੰਦਾ। ਹਿੰਦੂ ਵੋਟ ਦਾ ਨਹੀਂ ਸੀਗਾ ਅਲਾਇੰਸ ਇਹ ਅਲਾਇੰਸ ਆਫਟਰ ਬਲੂ ਸਟਾਰ, ਆਫਟਰ ਨਰਸਿੰਗਾਰ ਇਸ ਦੇਸ਼ ਦੇ ਵਿੱਚ ਖੁੱਲਾ ਕਾਂਗਰਸ ਦੇ ਓਪਨ ਪ੍ਰੋਂਪਟ ਕਰਕੇ ਕਰਾਏ ਗਏ ਸਿੱਖ ਮਰਵਾਏ ਗਏ ਪੂਰੀ ਕੰਟਰੀ ਦੇ ਵਿੱਚ। ਜਿੱਥੇ ਜਿੱਥੇ ਕਾਂਗਰਸ ਦੇ ਰਾਜ ਸੀ, ਜਿੱਥੇ ਕਾਂਗਰਸ ਵਾਲੀ ਨਹੀਂ ਸੀ, ਉੱਥੇ ਕੁਝ ਨਹੀਂ ਹੋਇਆ, ਬਾਲ ਬਾਂਕਾ ਨਹੀਂ ਹੋਇਆ, ਉੱਥੇ ਕਰ ਗਏ। ਨਾਓ ਉਹਦੇ ਬਾਅਦ ਜਿਹੜਾ ਏਲੀਨੇਟ ਹੋਇਆ ਸੀ ਪੂਰਾ ਪੰਜਾਬੀ, ਪਰਟੀਕੂਲਰਲੀ ਸਿੱਖ, ਜਿਹਨੂੰ ਭੈ ਹੁੰਦਾ ਸੀਗਾ ਪੰਜਾਬ ਚੋਂ ਬਾਹਰ ਜਾਂਦੇ, ਜਿਹਨੂੰ 에ਅਰਪੋਰਟ ਤੇ ਅੱਤਵਾਦੀ ਸਮਝ ਕੇ, ਖਾਸ ਤੌਰ ਤੇ ਜਿਹੜਾ ਤੁਹਾਡੇ ਵਰਗਾ ਸਰੂਪ ਹੋਵੇ, ਦਾੜੀ ਖੁੱਲੀ ਹੋਵੇ, ਉਹਨੂੰ ਤਾਂ ਅੱਤਵਾਦੀ ਵੀ ਸਮਝਦੇ ਸੀ। ਉਹਨੂੰ ਤਾਂ ਇਹ ਘੇਰਦੇ ਸੀ ਕਿ ਪਤਾ ਨਹੀਂ ਇਹਦੇ ਵਿੱਚ ਬੰਬ ਹੀ ਹੋਣਾ, ਇਹਦੇ ਜੇਬ ਦੇ ਵਿੱਚ। ਉਹ ਜਿਹੜੇ ਹਾਲਾਤ ਸੀਗੇ, ਉਹ ਜਿਹੜੀ ਅਟਲ ਬਿਹਾਰੀ ਜੀ ਦੇ ਨਾਲ ਅਲਾਇੰਸ ਹੋਇਆ ਉਸ ਟਾਈਮ, ਉਹ ਅਲਾਇੰਸ ਨੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਐਂਡ ਰੀਹੈਬਿਲਿਟੇਸ਼ਨ ਐਂਡ ਮੁੜ ਕੇ ਫੇਥ ਜਿਤਨਾ ਪੰਜਾਬੀਆਂ ਦਾ ਤੇ ਸਿੱਖਾਂ ਦਾ ਕੰਟਰੀ ਦੇ ਵਿੱਚ ਉਹ ਹੋਇਆ। ਇਹ ਛੋਟਾ ਅਲਾਇੰਸ ਨਹੀਂ ਸੀਗਾ, ਇਹ ਇੱਕ ਪੀਸ ਲਿਆਂਦਾ ਅਲਾਇੰਸ ਸੀਗਾ। ਅੱਜ ਦੀ ਜਿਹੜੀ BJP ਹੈ, ਇਹ BJP ਨੇ ਆਪਣੇ ਰੇਲਸ ਬਦਲ ਲਈ ਹੈ, ਆਪਣੇ ਟਾਰਗੇਟਸ ਬਦਲ ਲਏ ਹੈ। ਇਹ ਉਹ ਲਿਬਰਲ ਨਹੀਂ ਹੈ ਜਿਵੇਂ ਅਟਲ ਜੀ ਸੀਗੇ, ਜਿਹੜੀ ਅੱਜ ਇਹ ਨੈਰੋ ਐਂਗਲ ਦੇ ਨਾਲ ਪੁਸ਼ ਕਰ ਰਹੇ ਹੈ ਇੱਕ ਆਪਣਾ ਏਜੰਡਾ। ਇਹ ਉਹਦੇ ਚ ਸਫੋਕੇਟਿੰਗ ਹੋ ਗਿਆ ਸੀ। ਐਂਡ ਉਸ ਮਾਹੌਲ ਦੇ ਵਿੱਚ ਅੱਜ ਜਿਹੜਾ ਬਹੁਜਨ ਸਮਾਜ ਪਾਰਟੀ ਨਾਲ ਅਲਾਇੰਸ ਹੋਇਆ ਹੈ, ਇਹ ਅਲਾਇੰਸ ਪੰਜਾਬ ਦੀ ਗਰਾਊਂਡ ਲੈਵਲ ਦੇ ਉੱਤੇ ਸਮਾਜ ਦਾ ਜਿਹੜਾ ਫਾਈਬਰ ਹੈ, ਉਹਦੀਆਂ ਤੰਦਾਂ ਮਜ਼ਬੂਤ ਕਰਨ ਕੰਮ ਆਊਗਾ। ਵੋਟ ਪੋਲਿਟਿਕਸ ਪਾਸੇ ਛੱਡੋ, ਤੁਸੀਂ ਮੈਨੂੰ ਦੱਸੋ, ਆਈਸੋਲੇਟਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਡਾਊਨ ਟਰੋਡਨ ਹੈ, ਰੋਜ਼ੀ ਰੋਟੀ ਕਿੱਥੇ ਹੈ? ਮੈਨੂੰ ਦੱਸੋ ਸੀ, ਪੰਜਾਬ ਦਾ 70% ਫਾਰਮਰ 5 ਕਿੱਲੇ ਤੋਂ ਘੱਟ ਜ਼ਮੀਨ ਵਾਲਾ ਹੈ। 5 ਕਿੱਲੇ ਦੇ ਵਿੱਚ ਕਿੰਨੀ ਕਮਾਈ ਹੈ? 5 ਕਿੱਲੇ ਲਾ ਲਓ, 40,000 ਲਾ ਲਓ, 2 ਲੱਖ। ਜਿਹੜੀ 2 ਕਿੱਲੇ ਆ ਉਹਦੀ 80,000। ਤੁਸੀਂ ਮੈਨੂੰ ਦੱਸੋ 80,000 ਤੇ 2 ਲੱਖ ਦੇ ਵਿੱਚ ਇੱਕ ਗੁਜ਼ਰ ਕਿਵੇਂ ਕਰਦਾ ਹੋਊਗਾ ਬੰਦਾ? ਪੰਜਾਬ ਦਾ ਫਾਰਮਰ ਹੈ, ਜਿਹੜਾ ਵੀ ਫਾਰਮਰ ਹੈ, ਚਾਹੇ ਜੱਟ ਹੈ, ਚਾਹੇ ਸੈਣੀ ਹੈ, ਚਾਹੇ ਗੁੱਜਰ ਹੈ, ਆਲ ਐਗਰੀਕਲਚਰ ਕਮਿਊਨਿਟੀਜ਼ ਨੂੰ ਲੈ ਲਓ, ਉਹ ਕਿੱਦਾਂ ਸਰਵਾਈਵ ਕਿਵੇਂ ਕਰਦੀ ਹੈ? ਜਿਹੜਾ ਤਾਂ ਦੇਖੋ ਨੌਕਰੀ 'ਚ ਚਲੇ ਗਿਆ ਵਿੱਚ ਬੰਦਾ, ਜਾਂ ਉਹਨੇ ਕੋਈ ਹੋਰ ਧੰਦਾ ਕਰ ਲਿਆ, ਉਹ ਬੰਦਾ ਤਾਂ ਆਪਣੇ ਬੱਚੇ ਪੜ੍ਹਾ ਲੈਂਦਾ ਹੈ ਜਾਂ ਕਿੱਲੇ ਵੇਚ ਕੇ ਬਾਹਰ ਭੇਜਦਾ। ਇਹ ਚੀਜ਼ ਨੂੰ ਕਿਸੇ ਨੇ ਸੋਚਿਆ ਹੀ ਨਹੀਂ ਹੈ। ਇਹ ਜਿਹੜਾ ਅਲਾਇੰਸ ਹੋਇਆ ਨਾ ਬਹੁਜਨ ਸਮਾਜ ਪਾਰਟੀ ਨਾਲ, ਇਹ ਬਹੁਤ ਵੱਡਾ ਹਿਸਟੋਰੀਕਲ ਅਲਾਇੰਸ ਹੋਊਗਾ। ਇਹ ਵੋਟ ਪੋਲਿਟਿਕਸ ਨੂੰ ਪਾਸੇ ਛੱਡ ਦਿਓ। ਇਹ ਇੱਕ ਕੌਨਫੀਡੈਂਸ, ਤੁਸੀਂ ਮੈਨੂੰ ਦੱਸੋ, ਪਿੰਡ ਦੇ ਵਿੱਚ ਲੋਕੀ ਘੁਰਨਿਆਂ ਚੋਂ ਨਿਕਲਿਆ, ਜਿਹੜਾ ਕਲੇਮ ਨਹੀਂ ਸੀ ਕਰਦਾ ਮੈਂ BSP ਦਾ ਬੰਦਾ, ਬਾਹਰ ਨਿਕਲਿਆ ਮੈਂ BSP ਦਾ ਬੰਦਾ। ਉਹਨਾਂ ਨੂੰ ਫਸਟ ਟਾਈਮ ਰਿਅਲਾਈਜੇਸ਼ਨ ਹੋਈ ਕਿ ਰੂਲਿੰਗ ਸਰਕਲਸ ਦੇ ਵਿੱਚ, ਕਾਲਮਸ ਦੇ ਵਿੱਚ ਸਾਡੀ ਵੀ ਸੁਣਵਾਈ ਹੋ ਜਾਊਗੀ। ਜਿਹੜਾ ਅਨਬਲੀਵਡ ਗੱਲ ਸੀਗੀ, ਇੱਕ ਡਾਊਨ ਟਰੋਡਨ ਕਮਿਊਨਿਟੀ ਤੇ ਰਹਿੰਦਾ ਖੁੰਦਾ ਬਿੱਟੂ ਜੀ ਨੇ ਜੋੜਤਾ ਸਾਰਿਆਂ ਨੂੰ। ਜਿਹੜਾ ਗੰਦ ਪਾਇਆ ਬਿੱਟੂ ਜੀ ਨੇ, ਮੌਕਾ ਹੀ ਦਿੱਤਾ, ਇਲੈਕਸ਼ਨ ਦਾ ਮੁੱਦਾ ਦਿੱਤਾ। ਮੁੱਦਾ ਨਹੀਂ ਹੈ, ਇਹ ਫੀਲਿੰਗਸ ਹੈ, ਫੀਲਿੰਗਸ ਅਰਾਊਜ਼ ਕਰਤੇ। ਦੇਖੋ ਕਾਂਸ਼ੀ ਰਾਮ ਜੀ ਇਹ ਕਹਿੰਦੇ ਹੁੰਦੇ ਸੀਗੇ ਕਿ ਮੇਰਾ ਤਾਂ ਜਿਹੜੀ ਮੈਂ ਗਠਨ ਕੀਤੀ ਹੈ ਪਾਰਟੀ, ਇਹ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਕੀਤੀ ਹੈ। ਉਹ ਤਾਂ ਕਹਿੰਦੇ ਮੇਰਾ ਇਲੈਕਸ਼ਨ ਮੈਨੀਫੈਸਟੋ ਤੇ ਮੇਰੀ ਪਾਰਟੀ ਦਾ ਕਨਸਟੀਟਿਊਸ਼ਨ ਵੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਹੈ। ਮਾਨਸ ਕੀ ਜਾਤ ਇੱਕ, सब एक पहचान वो, यूनिवर्सल मैसेज ऑफ इक्वैलिटी, यूनिवर्सल मैसेज ऑफ कास्टलैस सोसाइटी। ਅੱਜ ਵੀ ਤੁਸੀਂ ਇੰਨਾ ਕੁਝ ਕਰਨ ਦੇ ਬਾਅਦ ਅੱਜ ਵੀ ਉਹੀ ਕੁਝ ਹੈ। ਅੱਜ ਵੀ ਉਹ ਵਿਤਕਰੇ ਹੈ, ਉਹ ਵਿਤਕਰੇ ਦੂਰ ਕਿਵੇਂ ਹੋਣਗੇ?
ਇਦਾਂ ਹੀ ਹੋਣਗੇ। ਅੱਜ ਤੱਕ ਕਾਂਗਰਸ ਨੇ ਸ਼ਡਿਊਲ ਕਾਸਟ ਵੋਟ ਐਕਸਪਲੋਇਟ ਕਰਕੇ ਲਈ ਆ, ਅੱਜ ਤੱਕ ਇਹਨਾਂ ਦਾ ਸੁਧਾਰ ਕੀਤਾ ਹੈ? ਅੱਜ ਗੱਲਾਂ ਮਾਰਦੇ ਆ ਸਕੂਲਾਂ ਦੀਆਂ, ਚੱਲੋ ਮੇਰੇ ਨਾਲ ਐਨੀ ਗਵਰਨਮੈਂਟ ਸਕੂਲ ਚੱਲੋ, ਐਨੀ ਗਵਰਨਮੈਂਟ ਸਕੂਲ, ਉੱਥੇ ਲੈਂਡਲੈਸ ਬੰਦੇ ਦਾ ਜਾਂ ਡਾਊਨ ਟਰੋਡਨਸ ਦਾ ਬੱਚੇ ਪੜ੍ਹਦੇ, ਹੋਰ ਕਿਹਦਾ ਬੱਚਾ ਪੜ੍ਹਦਾ? ਹਾਂ, ਤੁਸੀਂ ਐਜੂਕੇਸ਼ਨ ਸਟੈਂਡਰਡਸ ਦੀ ਹੁਣ ਕ੍ਰਿਸ਼ਨ ਕੁਮਾਰ ਜੀ ਨੇ ਹੁਣ ਅਵਾਰਡ ਲਿਆ ਹੈ, ਮੈਂ ਤਾਰੀਫ ਕਰਦਾ, ਕ੍ਰਿਸ਼ਨ ਕੁਮਾਰ ਇਜ਼ ਅ ਵੈਰੀ ਗੁੱਡ ਆਫਿਸਰ, ਨੋ ਡਾਊਟ ਅਬਾਊਟ ਇਟ। ਪਰ ਤੁਸੀਂ ਲਿਆ ਕਿੱਦਾਂ? ਤੁਸੀਂ ਪੈਂਡੈਮਿਕ ਦੇ ਵਿੱਚ ਪ੍ਰਾਈਵੇਟ ਸਕੂਲਾਂ ਦਾ ਡੇਟਾ ਕੱਢ ਕੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਕਿਹਾ ਉਹਨਾਂ ਨੂੰ ਜਬਰਨ ਦਾਖਲ ਕਰ ਲਓ ਆਪਣੇ ਸਕੂਲਾਂ 'ਚ ਵਿਦਆਊਟ ਸਕੂਲ ਲਿਵਿੰਗ ਸਰਟੀਫਿਕੇਟ, ਐਂਡ ਉਹ ਦਾਖਲ ਕਰਕੇ ਤੁਸੀਂ ਨੰਬਰ ਵਧਾ ਲਿਆ, 1.5 ਲੱਖ ਨੰਬਰ ਬੱਚਾ ਵਧਾ ਲਿਆ, ਤੁਸੀਂ ਵਧਾ ਕੇ ਤੁਸੀਂ ਪੈਰਾਮੀਟਰ 'ਚ ਆ ਗਏ। ਪੰਜਾਬ ਨੇ ਕਮਾਲ ਕਰਤੀ ਜੀ, ਵਾਹ ਵਾਹ ਕਰ ਦਿਓ, ਪੰਜਾਬ ਨੇ ਸਕੂਲ ਐਜੂਕੇਸ਼ਨ ਦਾ ਸੁਧਾਰ ਕਰ ਦਿੱਤਾ। ਕਿਹੜਾ ਸੁਧਾਰ ਕਰ ਦਿੱਤਾ? ਮੈਨੂੰ ਇੱਕ ਗੱਲ ਦੱਸਣ ਕਿ ਸਰਕਾਰੀ ਸਕੂਲਾਂ ਦੇ ਕਿਹੜੇ ਬੱਚੇ ਹਾਇਰ ਐਜੂਕੇਸ਼ਨ ਜਾਂਦੇ, ਉਹ ਡੇਟਾ ਦੇਣ। ਮੈਨੂੰ ਦੱਸਣ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਾ ਜਿਹੜਾ ਸਾਇੰਸ ਤੇ ਮੈਥ 'ਚ ਫੇਲ ਹੈ, ਉਹਨੂੰ ਪਾਸ ਕਿਉਂ ਕਰਦੇ ਹੋ ਤੁਸੀਂ? ਵਾਟ ਇਜ਼ ਦਿਸ? ਕਿਸ ਕਿਸਮ ਦੀ ਸਕੂਲਿੰਗ ਹੈ? ਤੁਸੀਂ ਸਕੂਲਿੰਗ ਪੰਜਾਬ ਦੀ ਫੇਲ ਹੈ। ਸਾਡੇ ਨਾਲ ਦੇ ਹਿਮਾਚਲ 'ਚ ਜਾ ਕੇ ਦੇਖੋ ਕਿੰਨੀ ਅੱਛੀ ਸਕੂਲ ਹੈ। ਈਵਨ ਪੰਜਾਬ 'ਚ, ਪੰਜਾਬ ਦੇ ਜਿਹੜੇ ਸਾਡਾ ਹਿਲ ਏਰੀਆਜ਼ ਹੈ, ਉੱਥੇ ਦੇ ਸਰਕਾਰੀ ਸਕੂਲ ਆਰ ਫਾਰ ਬੈਟਰ। ਉੱਥੇ ਕਿਉਂਕਿ ਸਾਰੇ ਬੰਦੇ ਗਰੀਬ ਹੈ, ਸੋ ਸਾਰਿਆਂ ਦੇ ਬੱਚੇ ਉੱਥੇ ਪੜ੍ਹਦੇ ਹੈ, ਸੋ ਦੇਅਰ ਸਕੂਲਿੰਗ ਸਟੈਂਡਰਡਸ ਆਰ ਬੈਟਰ। ਤੁਸੀਂ ਹਿਮਾਚਲ 'ਚ ਜਾ ਕੇ ਦੇਖੋ, ਨਾਲ ਤੁਹਾਡਾ ਪ੍ਰਾਂਤ ਹੈ, ਗੋ ਐਂਡ ਸੀ ਦੇਅਰ। ਬਿਲਕੁਲ ਜੀ, ਦਿਲ ਦੀ ਗਹਿਰਾਈ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ। ਬੜੇ ਸੋਹਣੇ ਸੁਚੱਜੇ ਢੰਗ ਨਾਲ ਤੁਸੀਂ ਗੱਠਜੋੜ ਦੀ ਗੱਲ ਵੀ ਕੀਤੀ ਹੈ ਵੀ ਜੇ ਇਸ ਵੇਲੇ ਅਕਾਲੀ ਦਲ ਆਉਂਦਾ ਆ ਤੇ ਅਕਾਲੀ ਦਲ ਆਪਣੇ ਮੁੱਦਿਆਂ ਦੇ ਉੱਪਰ, ਆਪਣੇ ਵਿਕਾਸ ਦੇ ਉੱਪਰ ਤੇ ਇਸ ਗੱਠਜੋੜ ਦੇ ਰਾਹੀਂ ਅੱਗੇ ਸਰਵਾਈਵ ਕਰੇਗਾ। ਦਿਲ ਦੀ ਗਹਿਰਾਈ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ। ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਇਹ ਸਨ ਐਡਵੋਕੇਟ ਹਰੀਸ਼ ਰਾਏ ਟਾਂਡਾ, ਜਿਨ੍ਹਾਂ ਨੇ ਕਾਫੀ ਸਾਨੂੰ ਪੋਲੀਟੀਕਲ ਤੌਰ ਦੇ ਉੱਪਰ ਵੀ ਜਾਣਕਾਰੀਆਂ ਦਿੱਤੀਆਂ ਨੇ, ਪੰਜਾਬ ਦੇ ਮੁੱਦਿਆਂ ਦੀ ਜਾਣਕਾਰੀ ਵੀ ਦਿੱਤੀ ਹੈ। ਸੋ ਬੜੀ ਛੇਤੀ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ